ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਜਿੰਨਾ ਵੀ ਉਪਦੇਸ਼ ਸਾਰਾ ਸਾਡੇ ਮਨ ਨੂੰ ਦਿੱਤਾ ਜਾਂਦਾ, ਸਾਡੇ ਮਨ ਨੂੰ ਸਮਝਾਇਆ ਜਾਂਦਾ। ਹੁਣ ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਜਿਹੜੇ ਨਹੀਂ ਸਤ ਸੰਗਤ ਕਰਦੇ, ਨਹੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਉਹ ਰਸਨਾ ਜਿਹੜੀ ਨਾਮ ਨਹੀਂ ਜਪਦੀ ਪਰਮਾਤਮਾ ਦਾ, ਉਹ ਥੋੜ੍ਹੀ ਥੋੜ੍ਹੀ ਕਰਕੇ, ਤਿਲ ਤਿਲ ਕਰਕੇ ਉਹ ਕੱਟੀ ਜਾ ਰਹੀ। ਬੈਰ ਵਿਰੋਧ, ਨਿੰਦਿਆ ਚੁਗਲੀ ਕਰ ਕਰਕੇ, ਫਿੱਕੇ ਬੋਲ 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 ਕੇ, ਜਦੋਂ ਸਾਨੂੰ ਮਾਲਕ ਵਿਸਰ ਜਾਂਦਾ, ਭੁੱਲ ਜਾਂਦਾ, ਫਿਰ ਅਸੀਂ ਹੌਲੀ ਹੌਲੀ ਆਤਮਿਕ ਤੌਰ 'ਤੇ ਮਰਦੇ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕਟੀਏ, ਹਰਿਆ ਜਾ ਵਿਸਰੇ ਗੋਬਿੰਦ ਰਾਏ, ਦਿਨੋਂ ਦਿਨ ਘਟੀਏ। ਬਈ ਜਦੋਂ ਸਾਨੂੰ ਮਾਲਕ ਵਿਸਰ ਜਾਂਦਾ, ਪਰਮਾਤਮਾ ਭੁੱਲ ਜਾਂਦਾ, ਅਸੀਂ ਘਟਦੇ ਜਾਂਦੇ। ਜਿਵੇਂ ਸਰੀਰ ਜਿਉਂ ਜਿਉਂ ਬਜ਼ੁਰਗ ਹੁੰਦਾ, ਤਿਉਂ ਤਿਉਂ ਘਟਦਾ ਜਾਂਦਾ, ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਮਾਲਕ ਤੋਂ, ਪਰਮਾਤਮਾ ਨੂੰ ਭੁੱਲਦੇ ਜਾਂਦੇ ਹਾਂ, ਸਾਡਾ ਜਿਹੜਾ ਮਨ ਹੈ ਉਹ ਵਿਚਾਰਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਮਰਦਾ ਜਾਂਦਾ। ਉਹਦੇ ਵਿੱਚ ਕੋਈ ਬਲ ਨਹੀਂ ਰਹਿੰਦਾ, ਉਹਦੇ ਵਿੱਚ ਕੋਈ ਸ਼ਕਤੀ ਨਹੀਂ ਰਹਿੰਦੀ। ਮਹਾਰਾਜ ਫਿਰ ਇਸ ਲਈ ਸਾਨੂੰ ਸਮਝਾਉਂਦੇ ਵੀ ਤੁਸੀਂ ਸਿਮਰਨ ਕਰੋ, ਪਰਮਾਤਮਾ ਨੂੰ ਚੇਤੇ ਕਰੋ, ਅਤੇ ਆਪਦੇ ਜੀਵਨ ਦਾ ਜਿਹੜਾ ਲਾਹਾ ਹੈ ਉਹ ਤੁਸੀਂ ਲਾਹਾ ਕੱਢੋ। ਔਰ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਉਹਨੂੰ ਭੇਦ ਨਹੀਂ ਵੀ ਮੈਂ ਸੰਸਾਰ 'ਚ ਕੀ ਲੈਣ ਵਾਸਤੇ ਆਇਆ, ਕਿਹਨੇ ਮੈਨੂੰ ਭੇਜਿਆ। ਵਾਈਓ ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਜੀਵ
ਸਤਸੰਗ ਦੇ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜਿਹੜਾ ਜੀਵਨ ਉਹ ਵਿਅਰਥ ਜਾ ਰਿਹਾ, ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਵੀ ਧਰਿ ਗਿਆ। ਰਮਾਉਂਦੇ ਨੇ ਜੋ ਸਤਿਗੁਰ ਸ਼ਰਨ, ਸੰਗਤ ਨਹੀਂ ਆਵੇ ਧਰਿਗ ਜੀਵੇ ਧਰਿਗ ਜੀਵਾਸ। ਵੀ ਉਹਨਾਂ ਦਾ ਜਿਉਣਾ ਧਰਿਗ, ਕਿਉਂਕਿ ਸਤਸੰਗ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਵਿਅਰਥ, ਉਹਦਾ ਜੀਵਨ ਪਸ਼ੂਆਂ ਵਰਗਾ, ਪਸ਼ੂਆਂ ਦੀ ਨਿਆਈ। ਸੋ ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਵੀ ਅਸੀਂ ਆਏ ਹਾਂ ਲਾਹਾ ਖੱਟਣ ਵਾਸਤੇ। ਸਾਡੀ ਜੀਵਨ ਦੀ ਜਿਹੜੀ ਰਹਿਣ, ਸਾਡੀ ਉਮਰ ਉਹ ਬੀਤਦੀ ਜਾ ਰਹੀ ਹੈ, ਸਮਾਂ ਸਾਡਾ ਲੰਘਦਾ ਜਾ ਰਿਹਾ। ਮਾਰੇ ਫਰਮਾਉਂਦੇ ਪੁਰਾਣੀ, ਉਹ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜੀ, ਸਭ ਮੁੱਕਦੀ ਚੱਲੀ ਰਹਿਣ। ਬਈ ਤੂੰ ਆਇਆ ਤਾਂ ਸੀ ਲਾਹਾ ਖੱਟਣ ਵਾਸਤੇ, ਤੇ ਇੱਥੇ ਆ ਕੇ ਅਸੀਂ ਇਹ ਮਾਇਆ ਦੇ ਨਾਲ ਪਿਆਰ ਪਾ ਲਿਆ, ਮਾਇਆ ਨੂੰ ਦ੍ਰਿੜ ਕਰ ਲਿਆ। ਹੁਣ ਜੀਵ ਸਮਝਦਾ ਵੀ ਮੈਂ ਕਿਹੜਾ ਇੱਥੋਂ ਜਾਣ, ਵੀ ਇੱਥੇ ਵੱਧ ਤੋਂ ਵੱਧ ਮੈਂ ਇਕੱਠਾ ਕਰ ਲਾਂ, ਆਪਦੇ ਵਾਸਤੇ ਕਰ ਲਾਂ, ਆਪਦੇ ਬੱਚਿਆਂ ਵਾਸਤੇ ਕਰ ਲਾਂ, ਗਾ ਉਹਨਾਂ ਦੇ ਬੱਚਿਆਂ ਵਾਸਤੇ ਕਰ ਲਾਂ। ਹੁਣ ਇੱਥੇ ਅਸੀਂ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਇੱਥੋਂ ਅਸੀਂ ਕੁਛ ਨਾਲ ਨਹੀਂ ਲਿਜਾ ਸਕਦੇ, ਕਿਉਂਕਿ ਇੱਥੇ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕਿੱਥੋਂ ਵਾਪਸ ਚਲੇ ਗਏ। ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਇਹ ਘਰ ਮੇਰਾ, ਇਹ ਧਰਤੀ ਜ਼ਮੀਨ ਮੇਰੀ, ਪਹਿਲਾਂ ਪਤਾ ਨਹੀਂ ਕਿੰਨੇ ਕੁ ਆਏ ਜਿਨ੍ਹਾਂ ਨੇ ਉਹ ਕਹਿੰਦੇ ਸੀ ਸਾਡੀ, ਇੱਥੋਂ ਆਏ ਤੇ ਆ ਕੇ ਚਲੇ ਗਏ। ਇਹ ਧਰਤੀ ਫਿਰ ਉੱਥੇ ਦੀ ਉੱਥੇ ਹੀ। ਮਹਾਰਾਜ ਇਸ ਲਈ ਫਿਰ ਕਹਿੰਦੇ ਵੀ ਇੱਥੇ ਕੋਈ ਵੀ ਜੀਵ ਸਦਾ ਸਥਿਰ ਰਹਿਣ ਵਾਲਾ ਨਹੀਂ। ਜਿਹਨੂੰ ਅੱਜ ਅਸੀਂ ਕਹਿੰਦੇ ਸਾਡੇ, ਉਹ ਕੱਲ੍ਹ ਕਿਸੇ ਹੋਰ ਦੇ ਸੀ ਪਹਿਲੇ, ਤੇ ਕੱਲ੍ਹ ਨੂੰ ਕਿਸੇ ਹੋਰ ਦੇ ਹੋ ਜਾਣਗੇ। ਕਿਉਂਕਿ ਸਾਰਾ ਕੁਝ ਚੱਕਰ 'ਤੇ ਆ, ਘੁੰਮ ਰਿਹਾ ਵਾਰ-ਵਾਰ। ਉਹ ਜਿਹੜਾ ਗੇੜ ਉਹ ਵਾਰ-ਵਾਰ ਚੱਲੀ ਜਾਂਦਾ, ਅਸੀਂ ਆਈ ਜਾਂਦੇ ਜਾਈ ਜਾਂਦੇ। ਮਾਰੇ ਤਾਈਓ ਸਮਝਾਉਂਦੇ ਸੇਖ ਹਿਆਤੀ ਜਗ ਨਾ ਕੋਈ ਥਿਰ ਰਹੇ, ਜੈਸ ਆਸਣ ਹਾਂ ਵੈਸੇ ਕਿਤੇ ਵੈਸ ਗਏ। ਬਈ ਇੱਥੇ ਪਤਾ ਨਹੀਂ ਕਿੰਨੇ ਕਾਏ, ਕਿੰਨੇ ਕਾ ਕੇ ਇੱਥੋਂ ਚਲੇ ਗਏ। ਇਹ ਵਾਰ-ਵਾਰ ਸਾਡਾ ਆਉਣਾ ਜਾਣਾ, ਉਹ ਕਿਹੜੀ ਵਿਧੀ, ਕਿਹੜੀ ਜੁਗਤੀ ਹੈ ਜਿਹੜੀ ਅਸੀਂ ਵਰਤਦੇ ਹਾਂ ਅਤੇ ਅਸੀਂ ਵਾਰ-ਵਾਰ ਆਉਂਦੇ ਹਾਂ। ਹੁਣ ਕਿਹੜੀ ਵਿਧੀ ਜੁਗਤੀ ਤਰੀਕਾ ਵਰਤੀਏ ਤਾਂ ਕਿ ਸਾਨੂੰ ਦੁਬਾਰਾ ਵਾਪਸ ਨਾ ਆਉਣਾ ਪਵੇ। ਉਹ ਵਿਧੀ ਫਿਰ ਸਾਨੂੰ ਕੌਣ ਦੱਸੇ, ਕੌਣ ਜੁਗਤੀ ਦੱਸੇ ਵੀ ਕਿਹੜੀ ਵਿਧੀ ਤਰੀਕਾ ਅਸੀਂ ਅਪਣਾਉਂਦੇ ਹਾਂ ਅਤੇ ਜਿਹਦੇ ਕਰਕੇ ਅਸੀਂ ਜੰਮਦੇ ਮਰਦੇ ਹਾਂ। ਮਾਰੇ ਫਰਮਾਉਂਦੇ ਨੇ ਕਿਤ ਵਿਦ ਮਿਲੀਏ ਕਿਤ ਵਿਦ ਵਿਛੜੇ, ਇਹ ਵਿਦ ਕੌਣ ਪ੍ਰਗਟਾਈ ਜੀ। ਵੀ ਸਾਨੂੰ ਇਹ ਵਿਧੀ ਕੌਣ ਦੱਸੇ, ਕੌਣ ਜੁਗਤੀ ਦੱਸੇ। ਫਿਰ ਮਹਾਰਾਜ ਦੱਸਦੇ ਵੀ ਗੁਰਮੁਖ ਸਾਨੂੰ ਸਮਝਾਉਂਦੇ, ਗੁਰਮੁਖ ਮਿਲੀਏ ਮਨਮੁਖ ਵਿਛੜੇ, ਇਹ ਵਿਦ ਗੁਰਮੁਖ ਪ੍ਰਗਟਾਈ ਜੀਓ। ਬਈ ਜਿਹੜੇ ਮਨਮੁਖ ਨੇ ਉਹ ਵਿਛੜਦੇ, ਉਹ ਵਾਰ-ਵਾਰ ਆਉਂਦੇ ਜਾਂਦੇ। ਜਿਹੜੇ ਗੁਰਮੁਖ ਉਹ ਮਾਲਕ ਨੂੰ ਮਿਲ ਪੈਂਦੇ ਅਤੇ ਉਹਨਾਂ ਦਾ ਆਵਾਗਾਉਣ ਖਤਮ ਹੋ ਜਾਂਦਾ। ਹੁਣ ਅਸੀਂ ਜਿਹੜੀ ਵਿਧੀ ਅਪਣਾਉਂਦੇ ਆਪਦੀ ਮੱਤ ਦੁਆਰਾ ਵੈਰ ਵਿਰੋਧ ਵਾਲੀ, ਲੜਾਈਆਂ ਝਗੜਿਆਂ ਵਾਲੀ, ਈਰਖਾ ਨਫ਼ਰਤ ਵਾਲੀ, ਤਾਂ ਕਰਕੇ ਅਸੀਂ ਵਾਰ-ਵਾਰ ਆਉਂਦੇ ਇਹ ਜੁਗਤੀ ਅਪਣਾਉਂਦੇ ਅਤੇ ਜਨਮ ਮਰਨ ਦੇ ਚੱਕਰ 'ਚ ਪਈ ਰਹਿੰਦੀ। ਮਾਰੇ ਫਰਮਾਉਂਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਧਰੋ,
ਇਹ ਆਹੂੰ ਜੁਗਤ ਬਿਹਾਨੇ ਕਈ ਜਨਮ। ਵੀ ਜਦੋਂ ਤਾਂ ਅਸੀਂ ਇਹ ਜੁਗਤ ਅਪਣਾਉਣ ਤੇ ਸਾਨੂੰ ਵਾਰ-ਵਾਰ ਫਿਰ ਆਉਣਾ ਜਾਣਾ ਪੈਂਦਾ ਜੂਨਾਂ ਦੇ ਵਿੱਚ। ਇਹੋ ਵਿਧੀ ਕਰਕੇ ਅਸੀਂ ਵਿਛੜਦੇ ਹਾਂ, ਇਹੋ ਵਿਧੀ ਅਪਣਾਉਂਦੇ ਕਰਕੇ ਸਾਨੂੰ ਇਹ ਰੋਗ ਲੱਗਿਆ ਜਨਮ ਮਰਨ ਦਾ। ਅਸੀਂ ਵਾਰ-ਵਾਰ ਘਰਾਂ ਦੇ ਵਿੱਚ ਆ ਜਾ ਰਹੇ ਹਾਂ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਜੇ ਅਸੀਂ ਹੁਣ ਸਿਮਰਨ ਕਰੀਏ, ਗੁਰੂ ਦੀ ਮੱਤ ਲੈ ਲਈਏ, ਪਰਮਾਤਮਾ ਨੂੰ ਧਿਆਈਏ, ਅਤੇ ਉਹ ਜੁਗਤੀ ਤਰੀਕਾ ਸਿੱਖ ਲਈਏ ਸਤਿਗੁਰਾਂ ਤੋਂ, ਗੁਰੂ ਤੋਂ, ਵੀ ਅਸੀਂ ਮਾਲਕ ਦੇ, ਪਰਮਾਤਮਾ ਦੇ, ਸੱਚ ਦੇ ਸਨਮੁਖ ਹੋ ਜਾਈਏ। ਅਸੀਂ ਸੱਚ ਨੂੰ ਜਾਣ ਲਈਏ, ਹੁਣ ਆਪਦੇ ਮੂਲ ਨੂੰ ਜਾਣ ਲਈਏ। ਨਿਰੰਕਾਰ ਵਾਹਿਗੁਰੂ ਨੂੰ ਸੱਚ ਆਖੀ। ਸੱਚ ਸਾਡਾ ਸਾਰਿਆਂ ਦਾ ਮਾਤਾ ਪਿਤਾ। ਜਿਸ ਵਰਤਾਏ ਆਪਾਂ ਨੂੰ ਰੋਜ਼ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਸੱਚ ਨੂੰ ਅਸੀਂ ਤਾਂ ਜਾਣ ਸਕਦੇ ਹਾਂ ਜੇ ਅਸੀਂ ਗੁਰੂ ਦੀ ਸ਼ਰਨ 'ਚ ਗਏ ਹਾਂ ਅਤੇ ਸਾਨੂੰ ਜੁਗਤੀ ਆਉਂਦੀ। ਉੱਥੇ ਮਹਾਰਾਜ ਫਰਮਾਉਂਦੇ, ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ। ਬਈ ਸੱਚ ਨੂੰ, ਪਰਮਾਤਮਾ ਨੂੰ ਅਸੀਂ ਫੇਰ ਹੀ ਦੇਖ ਸਕਦੇ, ਫੇਰ ਹੀ ਅਸੀਂ ਜਾਣ ਸਕਦੇ ਹਾਂ ਜੇ ਸਾਨੂੰ ਜੁਗਤੀ ਆਉਂਦੀ। ਜੇ ਸਾਨੂੰ ਜੁਗਤ ਨਹੀਂ ਆਉਂਦੀ ਅਤੇ ਅਸੀਂ ਪਰਮਾਤਮਾ ਨੂੰ ਦੇਖ ਨਹੀਂ ਸਕਦੇ। ਬੇਸ਼ੱਕ ਹੈ ਸਾਡੇ ਸਾਹਮਣੇ ਹੀ, ਪਰ ਜੇ ਸਾਨੂੰ ਜੁਗਤੀ ਨਹੀਂ, ਅਸੀਂ ਉਹਨੂੰ ਦੇਖ ਨਹੀਂ ਸਕਦੇ, ਕਿਉਂਕਿ ਵਿੱਚ ਪੜਦਾ ਭਰਮ ਦਾ ਪਿਆ ਹੋਇਆ ਸਾਡੇ ਤੇ ਮਾਲਕ ਦੇ ਵਿੱਚ। ਹੌਲੀ ਜੁਗਤੀ ਸਾਨੂੰ ਫਿਰ ਗੁਰੂ ਨੇ ਦੱਸਿਆ ਵੀ ਕਿਵੇਂ ਅਸੀਂ ਇਹ ਭਰਮ ਦਾ ਪੜਦਾ ਜਿਹੜਾ ਇਹਨੂੰ ਪਾਸੇ ਕਰਕੇ ਅਸੀਂ ਪਰਮਾਤਮਾ ਦੇ ਦਰਸ਼ਨ ਕਰਨੇ, ਮਾਲਕ ਦੇ ਸਨਮੁਖ ਹੋਣਾ ਸੱਚ ਦੀ। ਉਹਦੇ ਵਾਸਤੇ ਫਿਰ ਆਪਾਂ ਨੂੰ ਜੁਗਤੀ ਦੱਸੀ। ਈੜਾ ਪਿੰਗਲਾ ਔਰ ਸੁਖਮਣਾ ਪੌਣੇ ਬੰਦ ਰਹਾਊਗੋ। ਚੰਦ ਸੂਰਜ ਦੇ ਸਮ ਕਰ ਰੱਖੋ, ਬ੍ਰਹਮ ਜੰਤ ਮਿਲ ਜਾਊਗਾ। ਇਹ ਵਿਧੀ ਬਈ ਇਹ ਜਿਹੜੀ ਸਾਡੇ ਈੜਾ ਅਤੇ ਪਿੰਗਲਾ, ਇਹ ਦੋ ਸੁਰਾਂ ਜਿੱਥੇ ਆਪਾਂ ਨੂੰ ਸਵਾਸ ਆਉਂਦੇ, ਇਹਨਾਂ ਨੂੰ ਸਮ ਕਰਨਾ। ਸਮ ਹੁੰਦਾ ਵੀ ਬਰਾਬਰ। ਫਿਰ ਇਹ ਦੋ ਨੇਤਰ ਨੇ, ਇਹਨਾਂ ਨੂੰ ਚੰਦ ਅਤੇ ਸੂਰਜ ਦਾ ਨਾਂ ਦਿੱਤਾ। ਇਹਨਾਂ ਨੂੰ ਸਮ ਕਰਨਾ। ਜਦੋਂ ਅਸੀਂ ਇਹਨਾਂ ਨੂੰ ਸਮ ਕਰ ਲਾਂਗੇ, ਸਾਡੇ ਅੰਦਰ ਜਿਹੜੀ ਉਹ ਬ੍ਰਹਮ ਜੋਤ ਹੈ ਉਹ ਪ੍ਰਗਟ ਹੋ ਜਾਣੀ, ਸਾਨੂੰ ਪ੍ਰਕਾਸ਼ ਹੋ ਜਾਣਾ। ਇਹ ਵਿਧੀ ਹੈ, ਤਰੀਕਾ। ਇਹ ਜੁਗਤੀ ਸਾਨੂੰ ਗੁਰੂ ਨੇ ਦੱਸਣੀ, ਉਹਨੇ ਸਾਨੂੰ ਇਹ ਵਿਧੀ ਲਵਾਉਣੀ ਵੀ ਇਸ ਤਰੀਕੇ ਨਾਲ ਜੁਗਤੀ ਵਿਧੀ ਲਾਵੋ, ਫਿਰ ਅਸੀਂ ਸੱਚ ਨੂੰ ਜਾਣ ਸਕਦੇ ਪਰਮਾਤਮਾ। ਇਸ ਵਾਸਤੇ ਫਿਰ ਕਹਿੰਦੇ ਵੀ ਜਿਨ੍ਹਾਂ ਨੂੰ ਜੁਗਤੀ ਆ ਗਈ ਫਿਰ ਉਹਨਾਂ ਨੇ ਸੱਚ ਨੂੰ ਜਾਣਿਆ। ਤਾਂ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ। ਵੀ ਜੇ ਤਾਂ ਜੀਵ ਨੂੰ ਜੁਗਤੀ ਆਉਂਦੀ ਤਾਂ ਸੱਚ ਨੂੰ ਦੇਖ ਸਕਦੇ, ਜੇ ਜੁਗਤੀ ਨਹੀਂ ਤੇ ਅਸੀਂ ਦੇਖ ਨਹੀਂ ਸਕਦੇ। ਹੌਲੀ ਉਹ ਫਿਰ ਜੁਗਤੀ ਤਰੀਕਾ ਸਾਨੂੰ ਗੁਰੂ ਦੱਸਦਾ, ਸਮਝਾਉਂਦੇ ਬਈ ਜਿਵੇਂ ਮਾਇਆ ਅਤੇ ਬ੍ਰਹਮ। ਮਾਇਆ ਕਹਿੰਦੇ ਵੀ ਇਹ ਜੋ ਆਪਾਂ ਨੂੰ ਦ੍ਰਿਸ਼ਟਮਾਨ ਨਜ਼ਰ ਆ ਰਿਹਾ, ਜਿਵੇਂ ਸਰੀਰ ਹੈ, ਇਹ ਸਰੀਰ ਨੂੰ ਮਾਇਆ ਕਹਿੰਦੇ। ਇਹੋ ਸਰੀਰ ਸਭ ਮੂਲ ਹੈ ਮਾਇਆ। ਹੁਣ ਇਹ ਮਾਇਆ ਤਾਂ ਸਾਨੂੰ ਦਿਸਦੀ, ਸਰੀਰ ਤਾਂ ਸਾਨੂੰ ਦੀਂਦਾ। ਇਹਦੇ ਅੰਦਰ ਜਿਹੜੀ ਬ੍ਰਹਮ ਜੋਤ ਹੈ, ਜੋ ਆਤਮਾ ਦਾ ਪ੍ਰਕਾਸ਼ ਹੈ, ਉਹ ਨਹੀਂ ਸਾਨੂੰ ਦਿਸਦਾ। ਹੁਣ ਇਹ ਮਾਇਆ ਅਤੇ ਬ੍ਰਹਮ ਆਪਸ ਵਿੱਚ ਇਕੱਠੇ ਨੇ, ਰਮੇ ਹੋਏ। ਜਿਵੇਂ ਉਦਾਹਰਨ ਦਿੰਦੇ ਸਤਿਗੁਰੂ ਵੀ ਦੁੱਧ ਦੇ ਵਿੱਚ ਘਿਓ ਹੈ। ਹੁਣ ਦੁੱਧ ਦੇ ਵਿੱਚੋਂ ਜੇ ਅਸੀਂ
ਘਿਓ ਵੱਖ ਕਰਨਾ ਤੇ ਉਹਦੇ ਵਾਸਤੇ ਜੁਗਤੀ, ਇਹ ਆਪਾਂ ਜੁਗਤੀ ਵਰਤਦੇ ਹਾਂ ਵੀ ਦੁੱਧ ਨੂੰ ਆਪਾਂ ਜਾਗ ਲਾਉਂਦੇ ਹਾਂ, ਦਹੀਂ ਬਣ ਜਾਂਦਾ, ਫਿਰ ਉਹਨੂੰ ਰਿੜਕਦੇ ਹਾਂ ਤੇ ਮੱਖਣ ਬਣ ਜਾਂਦਾ, ਤੇ ਮੱਖਣ ਤੋਂ ਆਪਾਂ ਘਿਓ ਬਣਾ ਲੈਂਦੇ। ਬੜੀ ਵਿਧੀ ਹੈ ਵੀ ਇਹ ਵਿਧੀ ਦੁਆਰਾ ਦੁੱਧ ਦੇ ਵਿੱਚੋਂ ਆਪਾਂ ਘਿਓ ਅੱਡ ਕੱਢ ਲਈ, ਵੱਖਰਾ ਕਰ ਲਈ। ਔਰ ਇਸੇ ਤਰ੍ਹਾਂ ਹੀ ਇਹ ਮਾਇਆ ਅਤੇ ਬ੍ਰਹਮ ਆਪਸ ਵਿੱਚ ਮਿਕਸ ਨੇ, ਰਮੇ ਹੋਏ ਨੇ, ਇਕੱਠੇ ਨੇ। ਜੇ ਸਾਨੂੰ ਜੁਗਤੀ ਨਹੀਂ ਆਉਂਦੀ, ਤਰੀਕਾ ਨਹੀਂ ਆਉਂਦਾ, ਫਿਰ ਅਸੀਂ ਇਹਨਾਂ ਨੂੰ ਅੱਡੋ ਅੱਡ ਨਹੀਂ ਕਰ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਮਾਇਆ ਬ੍ਰਹਮ ਰਮੇ ਸਭ ਸੰਗ, ਜਿਉ ਸਗਲ ਦੂਧ ਮੈਂ ਕੀ ਹੈ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ ਹੈ। ਵੀ ਸਾਰਿਆਂ ਦੇ ਵਿੱਚ ਮਾਲਕ ਦੀ ਜੋਤ, ਜਿੰਨੀ ਵੀ 84 ਲੱਖ ਜੂਨ ਨੇ, ਸਭ ਦੇ ਅੰਦਰ ਮਾਲਕ ਦੀ ਜੋਤ। ਹੁਣ ਸਾਨੂੰ ਇਹ ਆਕਾਰ ਤਾਂ ਨਜ਼ਰ ਆਉਂਦਾ, ਸਰੀਰ ਮਾਇਆ ਤਾਂ ਦਿਸਦਾ, ਪਰ ਜਿਹੜੀ ਅੰਦਰ ਜੋਤ ਹੈ ਉਹ ਨਹੀਂ ਦਿਖਦੀ, ਸਾਨੂੰ ਬ੍ਰਹਮ ਨਹੀਂ ਨਜ਼ਰ ਆਉਂਦਾ। ਔਰ ਉਹ ਸਾਨੂੰ ਤਾਂ ਨਹੀਂ ਦਿਸਦਾ ਕਿਉਂਕਿ ਅਸੀਂ ਗੁਰੂ ਦੀ ਮੱਤ ਨਹੀਂ ਲਈ, ਅਸੀਂ ਉਹ ਜੁਗਤੀ ਤਰੀਕਾ ਨਹੀਂ ਸਿੱਖੀ ਅੱਡੋ ਅੱਡ ਕਰਨ 'ਚ। ਹੁਣ ਜਿਵੇਂ ਇੱਕ ਹੰਸ ਹੈ, ਪੰਛੀ, ਔਰ ਉਹਦੇ ਕੋਲ ਜੁਗਤੀ ਹੈ, ਤਰੀਕਾ ਹੈ, ਉਹਨੂੰ ਕਹਿੰਦੇ ਗੁਰ, ਹੁਨਰ, ਅਕਲ, ਕਲਾ, ਤਰੀਕਾ। ਬਈ ਜੇ ਆਪਾਂ ਉਹਦੇ ਅੱਗੇ ਦੁੱਧ ਦੇ ਵਿੱਚ ਪਾਣੀ ਪਾ ਕੇ ਰੱਖ ਦਈਏ ਤੇ ਉਹ ਜਿਉਂ ਹੀ ਆਪਣੀ ਜਿਹੜੀ ਚੁੰਝ ਹੈ ਉਹ ਵਿੱਚ ਲਾਉਂਦਾ ਹੈ, ਉਹ ਪਾਣੀ ਦੇ ਵਿੱਚ ਦੁੱਧ ਨੂੰ ਅੱਡ ਕਰ ਦਿੰਦਾ, ਉਹਨੂੰ ਕਹਿੰਦੇ ਹੰਸ। ਵੀ ਉਹਦੇ ਕੋਲ ਤਰੀਕਾ ਜੁਗਤੀ ਹੈ, ਵੀ ਉਹ ਕੀ ਕਰਦਾ, ਦੁੱਧ ਅਤੇ ਪਾਣੀ ਨੂੰ ਅੱਡੋ ਅੱਡ ਕਰ ਦਿੰਦਾ, ਵੱਖੋ ਵੱਖਰਾ ਕਰ ਦਿੰਦਾ। ਉਹ ਦੁੱਧ ਪੀ ਲੇਗਾ, ਪਾਣੀ ਨੂੰ ਛੱਡ ਦੇਗਾ, ਪਾਣੀ ਨਹੀਂ ਉਹ ਪੀਂਦਾ, ਉਹ ਦੁੱਧ ਪੀਂਦਾ, ਦੁੱਧ ਨੂੰ ਉਹਨੇ ਪੀ ਲੈਣਾ ਅਤੇ ਪਾਣੀ ਨੂੰ ਛੱਡ ਦੇਣਾ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਡੇ ਮਨ ਨੂੰ ਪਰਮਹੰਸ ਕਹਿੰਦੇ। ਬਈ ਜੇ ਤਾਂ ਅਸੀਂ ਉਹ ਤਰੀਕਾ ਜੁਗਤੀ ਸਿੱਖੀਏ, ਬਈ ਬ੍ਰਹਮ ਅਤੇ ਮਾਇਆ ਨੂੰ ਅੱਡੋ ਅੱਡ ਕਰਨ ਦੀ, ਫਿਰ ਤਾਂ ਅਸੀਂ ਬ੍ਰਹਮ ਨੂੰ ਦੇਖਾਂਗੇ ਅਤੇ ਮਾਇਆ ਨੂੰ ਪਾਸੇ ਕਰ ਦਾਂਗੇ। ਉਦੋਂ ਕਹਿੰਦੇ ਵੀ ਇਹ ਪਰਮਹੰਸ। ਹੁਣ ਉਹਨਾਂ ਨੂੰ ਹੀ ਫਿਰ ਗੁਰਬਾਣੀ 'ਚ ਸੰਤ ਕਹਿੰਦੇ, ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜੀ ਇਹ ਮਾਇਆ ਹੈ, ਬਈ ਇਹ ਕੀ ਹੈ, ਵੀ ਇਹ ਛਲ ਹੈ। ਇਹਨੂੰ ਜਿਵੇਂ ਕਹਿੰਦੇ ਵੀ ਜਿਹੜੇ ਸੰਤ ਨੇ ਉਹ ਇਹਨੂੰ ਰਿੜਕਦੇ, ਜਿਵੇਂ ਆਪਾਂ ਬੀਬੀਆਂ ਦੁੱਧ ਰਿੜਕਦੀਆਂ, ਬਈ ਇੱਕ ਤਾਂ ਹੈ ਲੱਸੀ ਅਤੇ ਇੱਕ ਮੱਖਣ ਅਲੱਗ ਹੋ ਜਾਂਦਾ। ਹੁਣ ਜਿਹੜੇ ਤਾਂ ਸੰਤ ਨੇ ਉਹਨਾਂ ਨੇ ਤਾਂ ਮੱਖਣ ਖਾ ਲਿਆ, ਅਤੇ ਜਿਹੜੇ ਸੰਸਾਰੀ ਉਹ ਕਹਿੰਦੇ ਵੀ ਉਹ ਛਾਛ, ਉਹ ਲੱਸੀ ਵੀ ਪੀ ਜਾਂਦੀ। ਵੀ ਨਾ ਭੇਦ ਹੋਣ ਕਰਕੇ ਸੱਚ ਦਾ, ਬ੍ਰਹਮ ਦਾ, ਉਹ ਸਿਰਫ ਮਾਇਆ ਦੇ ਨਾਲ ਹੀ ਜੁੜੇ ਹੋਏ। ਮਹਾਰਾਜ ਕਹਿੰਦੇ ਕਬੀਰ ਮਾਇਆ ਡੋਲਣੀ, ਪਵਨ 'ਚ ਘੋਲਣ ਹਾਰ, ਸੰਤੋ ਮਾਖਣ ਖਾਇਆ, ਛਾਛ ਪੀਏ ਸੰਸਾਰ। ਵੀ ਸੰਤ ਨੇ ਜਿਹੜੇ, ਉਹਨਾਂ ਨੇ ਮੱਖਣ ਛਕ ਲਈ। ਉਹ ਕੀ ਕਰਦੇ ਵੀ ਉਹ ਮਾਇਆ ਅਤੇ ਬ੍ਰਹਮ ਨੂੰ ਵੀ ਅੱਡੋ ਅੱਡ ਕਰ ਦਿੰਦੇ, ਵੱਖੋ ਵੱਖਰਾ ਕਰ ਲੈਂਦੇ। ਅਤੇ ਜਿਹੜੇ ਸੰਸਾਰੀ ਉਹ ਮਾਇਆ ਦੇ ਪਿੱਛੇ ਦੌੜੇ ਫਿਰਦੇ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਅਸੀਂ ਸਿੱਖਣਾ, ਗੁਰੂ ਦੀ ਮੱਤ ਲੈਣੀ, ਅਤੇ ਇਹ ਅਸੀਂ ਸਿੱਖਿਆ ਲੈਣੀ।
ਵੀ ਅਸੀਂ ਕਿਵੇਂ ਬ੍ਰਹਮ ਨੂੰ ਮਿਲ ਸਕਦੇ ਹਾਂ, ਕਿਵੇਂ ਅਸੀਂ ਪਰਮਾਤਮਾ ਦੇ ਸਨਮੁਖ ਹੋਈਏ, ਕਿਵੇਂ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਮੁਕਤ ਹੋਈਏ। ਜਿਨ੍ਹਾਂ ਨੇ ਫਿਰ ਇਹ ਜੁਗਤੀ ਤਰੀਕਾ ਸਿੱਖ ਲਿਆ ਮਾਇਆ ਦੇ ਬ੍ਰਹਮ ਨੂੰ ਅੱਡ ਕਰਨ ਦਾ, ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ, ਪਰਿਵਾਰਾਂ ਦੇ ਵਿੱਚ ਰਹਿੰਦੇ ਹੋਏ, ਕੰਮ ਕਾਰ ਕਰਦੇ, ਖਾਂਦੇ ਪਹਿਨਦੇ, ਹੱਸਦੇ ਖੇਡਦੇ, ਉਹ ਵਿੱਚ ਹੀ ਮੁਕਤ ਨੇ, ਕਿਉਂਕਿ ਉਹਨਾਂ ਨੂੰ ਜੁਗਤੀ ਆ ਗਈ। ਮਹਾਰਾਜ ਫਰਮਾਉਂਦੇ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲਾਉਂਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਬਈ ਇੱਕ ਐਸੀ ਵੀ ਅਵਸਥਾ ਵੀ ਗੁਰਮੁਖਾਂ ਨੂੰ ਜਦੋਂ ਜੁਗਤੀ ਆ ਗਈ, ਉਹ ਸੰਸਾਰ ਦੇ ਵਿੱਚ ਰਹਿੰਦੇ ਹੀ ਮੁਕਤ ਨੇ, ਦਿਸਦੇ ਆਪਣੇ ਵਾਂਗੂ ਹੀ ਨੇ। ਇਹ ਨਹੀਂ ਵੀ ਕੋਈ ਉਹ ਸਾਤੋਂ ਅੱਡ, ਵੀ ਉਹਨਾਂ ਦਾ ਕੋਈ ਹੋਰ ਵੱਖਰੇ ਦਿੰਦੇ, ਸੰਸਾਰ ਦੇ ਵਿੱਚ ਹੀ ਰਹਿੰਦੇ, ਪਰਿਵਾਰਾਂ ਦੇ ਵਿੱਚ ਹੀ ਰਹਿੰਦੇ, ਪਰ ਉਹ ਵਿੱਚ ਹੀ ਰਹਿੰਦੇ ਹੀ ਮੁਕਤ ਨੇ। ਸਾਰੇ ਕਾਰ ਵਿਹਾਰ ਕਰਦੇ ਹੋਏ ਵੀ ਉਹ ਮੁਕਤ ਨੇ, ਕਿਉਂਕਿ ਉਹਨਾਂ ਨੂੰ ਜੁਗਤੀ ਹੈ, ਉਹਨਾਂ ਨੂੰ ਤਰੀਕਾ ਹੈ, ਉਹਨਾਂ ਨੇ ਸਿੱਖਿਆ ਲਈ, ਗੁਰੂ ਦੀ ਮੱਤ ਲਈ। ਹੁਣ ਇੱਕ ਜੀਵ ਉਹ ਨੇ ਵੀ ਕਈ ਕੀ ਕਰਦੇ ਵੀ ਉਹ ਘਰ-ਬਾਰ ਛੱਡ ਕੇ ਵੀ ਚਲੇ ਗਏ ਜੰਗਲਾਂ ਦੇ ਵਿੱਚ ਜਾ ਕੇ, ਪਹਾੜਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾ ਕੇ ਬੈਠ ਕੇ ਸੰਸਾਰ ਨੂੰ ਛੱਡ ਕੇ ਚਲੇ ਗਏ। ਪਰ ਜੇ ਉਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ, ਪੂਰਨ ਗੁਰੂ ਨਹੀਂ ਮਿਲੇ ਆ, ਉਹ ਉੱਥੇ ਬੈਠੇ ਵੀ ਬੰਧਨਾਂ 'ਚ ਵੱਜੇ ਹੋਏ ਨੇ, ਉਹ ਉੱਥੇ ਲੱਗ ਰਹਿ ਕੇ ਵੀ ਉਹ ਮੁਕਤ ਨਹੀਂ ਹੈ, ਕਿਉਂਕਿ ਉਹਨਾਂ ਨੂੰ ਜੁਗਤੀ ਨਹੀਂ, ਉਹਨਾਂ ਨੇ ਤਰੀਕਾ ਨਹੀਂ ਸਿੱਖੀ। ਵੀ ਇੱਕ ਤਾਂ ਉਹ ਗੁਰਮੁਖ ਨੇ ਜਿਹੜੇ ਨਾਮ ਦੇ ਨਾਲ ਜੁੜੇ, ਸੱਚ ਦੇ ਨਾਲ ਜੁੜੇ, ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ, ਪਰਿਵਾਰ 'ਚ ਰਹਿੰਦੇ ਵੀ ਉਹ ਜਤੀ ਸਤੀ ਨੇ। ਇੱਕ ਉਹ ਜੀਵ ਨੇ ਵੀ ਜਿਹੜੇ ਘਰ-ਬਾਰ ਛੱਡ ਕੇ ਤੇ ਕਹਿੰਦੇ ਵੀ ਅਸੀਂ ਜਤੀ ਹਾਂ ਜੀ, ਵੀ ਅਸੀਂ ਵਿਆਹ ਨਹੀਂ ਕਰਾਉਂਦੇ, ਅਸੀਂ ਸੰਸਾਰ ਦੇ ਵਿੱਚ ਨਹੀਂ ਰਹਿੰਦੇ, ਪਰ ਉਹਨਾਂ ਨੂੰ ਜੁਗਤੀ ਨਹੀਂ ਆਈ। ਮਹਾਰਾਜ ਕਹਿੰਦੇ, ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਵਹੇ ਘਰ-ਬਾਰ। ਵੀ ਆਪਦੇ ਆਪ ਨੂੰ ਕਹਿੰਦਾ ਜਤੀ ਹੈ, ਪਰ ਉਹਨੂੰ ਜੁਗਤੀ ਨਹੀਂ ਆਉਂਦੀ, ਤੇ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਗਏ। ਹੁਣ ਜੇ ਉਹ ਆਖਣ ਵੀ ਉੱਥੇ ਜਾ ਕੇ ਅਸੀਂ ਮੁਕਤ ਹੋ ਜਾਵਾਂਗੇ, ਜੇ ਉਹਨਾਂ ਨੇ ਜੁਗਤੀ ਨਹੀਂ ਸਿੱਖੀ ਤੇ ਉਹ ਉੱਥੇ ਜਾ ਕੇ ਵੀ ਨਹੀਂ ਮੁਕਤ ਹੋ ਸਕਦੀ। ਜਿਨ੍ਹਾਂ ਨੇ ਜੁਗਤੀ ਸਿੱਖ ਲਈ ਉਹ ਸੰਸਾਰ 'ਚ ਰਹਿੰਦੇ ਹੀ ਮੁਕਤ, ਤੇ ਆਪਾਂ ਨੂੰ ਕਿੰਨਾ ਸੌਖਾ ਕੀਤਾ ਸਤਿਗੁਰਾਂ ਨੇ। ਬਈ ਸਾਨੂੰ ਕੋਈ ਸੰਸਾਰ ਨੂੰ ਜਾਂ ਘਰ-ਬਾਰ ਛੱਡਣ ਦੀ ਲੋੜ ਨਹੀਂ, ਵੀ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ, ਜੁਗਤੀ ਤਰੀਕਾ ਸਿੱਖ ਲਈਏ, ਤੇ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹੀ ਮੁਕਤ ਹੋ ਸਕਦੇ। ਜਿਨ੍ਹਾਂ ਦੀ ਲੈਬ ਮਾਲਕ ਦੇ ਨਾਲ ਲੱਗ ਗਈ, ਉਹ ਇਸ ਸੰਸਾਰ 'ਚ ਮਾਇਆ ਦੇ ਵਿੱਚ ਰਹਿੰਦੇ ਹੀ ਉਹਨਾਂ ਨੇ ਮਿਲਾਪ ਕਰ ਲਿਆ ਸਰੀਰ ਦੇ ਵਿੱਚ। ਮਹਾਰਾਜ ਇਸ ਲਈ ਫਰਮਾਉਂਦੇ, ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ। ਵੀ ਜਿਨ੍ਹਾਂ ਦੀ ਲਿਵ ਮਾਲਕ ਦੇ ਨਾਲ, ਨਾਮ ਦੇ ਨਾਲ ਲੱਗ ਗਈ, ਤੇ ਉਹਨਾਂ ਨੇ ਸੰਸਾਰ 'ਚ ਰਹਿੰਦੇ ਹੀ ਮਾਲਕ ਨਾਲ ਮਿਲਾਪ ਕਰ ਲਿਆ। ਹੁਣ ਇੱਕ ਜੀਵ ਵੀ ਉਹ ਘਰ-ਬਾਰ ਛੱਡ ਕੇ ਵੀ ਅਸੀਂ ਜਤੀ ਸਤੀ ਹਾਂ ਜੀ, ਵੀ ਅਸੀਂ ਸੰਸਾਰ ਨੂੰ ਤਿਆਗ ਦਿੱਤਾ ਤੇ ਜੰਗਲਾਂ 'ਚ ਚਲੇ ਗਏ, ਤੇ ਜਾ ਕੇ ਉੱਥੇ ਖਾ ਕੇ ਵੀ ਮੂਲੀਆਂ ਗਾਜਰਾਂ ਇਹ ਖਾ ਕੇ ਆਪਦਾ ਗੁਜ਼ਾਰਾ ਕਰਦੇ, ਪਰ ਜਿਹੜਾ ਮਨ ਹੈ ਉਹ ਫੇਰ ਨਹੀਂ ਵਿਕਾਰਾਂ ਨੂੰ ਛੱਡਦਾ। ਮਾਰੇ ਕਹਿੰਦੇ, ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਅਜੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਵੀ ਐਸਾ ਮਨ ਪਾਪੀ ਬਣਿਆ, ਘਰ-ਬਾਰ ਛੱਡ ਕੇ ਵੀ ਚਲੇ ਗਏ, ਜੰਗਲਾਂ ਚਲੇ ਗਏ, ਉੱਥੇ ਆਪਦਾ ਖਾ ਕੇ ਗੁਜ਼ਾਰਾ ਕਰਦੇ, ਪਰ ਮਨ ਫੇਰ ਨਹੀਂ ਵਿਕਾਰਾਂ ਨੂੰ ਛੱਡਦਾ।
क्योंकि वो जुगती नहीं सीखी, गुरु की मत नहीं ली, तरीका नहीं सीखी। इस वास्ते फिर आपां नूं समझाउंदे भी अपनी मत द्वारा नहीं, भी गुरु की मत लैके फिर असी जीवन मुक्त हो सकते। हुण जिहड़ा जति सती वो साडे मरने होना, तो जत सत नाम तो बिना हो नहीं सकता। साडे मन वास्ते जिहड़ा जत है सत है वो नाम है। मारे फरमाउंदे जत सत संजम हर नाम है, बन नामे निर्मल ना होई। भी साडे मन का जिहड़ा जत सत वो परमात्मा का नाम है। जे असी नाम दे नाल ही नहीं जुड़े तो काहदे जति काहदे सती। सो इस वास्ते फिर आपां नूं समझाउंदे भी जद तक असी नाम दे नाल नहीं जुड़ांगे साडा मन है जिहड़ा ये निर्मल नहीं हो सकता। जे साडा मन ही नहीं निर्मल होया तो फिर काहदे वास्ते कीता सारा कुछ। घर बार छड्डण दी लोड़ की सी जे मन ही ना शुद्ध होया, मन ही ना धोता गया। हुण आपां नूं फिर इसलिए समझाउंदे भी मन धोता जाना गुरु की मत द्वारा, आपदी मत द्वारा जीव चाहे सारी उम्र लग्या रहे, नहीं धोता जांदा। ताइयों फिर सानूं समझाउंदे भी मन नूं धोण वास्ते ये जुगती है, मन धोवो शब्द लागो हर स्यों रहो चित लाए। भी ये मन नूं धोण दा तरीका जुगती है। भी जीव की करते मन का ना ज्ञान होने करके, ना मन का भेद होने करके तन नूं तां नमाई जाती। तीर्थां ते जांदे तन का इशनान करके मुड़ आउंदे शरीर तो, और इहदे नाल मन की मैल नहीं लैंदी। महाराज इसलिए दसदे भी मन वास्ते जिहड़ा तीर्थ है वो साडे अंदर ही नाम है। फरमाउंदे तीर्थ नावन जाओ तीर्थ नाम है, तीर्थ शब्द विचार अंतर ज्ञान है। बई साडे मन वास्ते जिहड़ा तीर्थ वो नाम है परमात्मा। जे हुण असीं बाहरी कला तन का इशनान कर लिया, गए तीर्थ दे इशनान करके आ गए, तो महाराज कहंदे भी जे पानी दे नाल मुक्ति मिलती होवे, पानी दे विच इशनान करके, फिर जिहड़ा डड्डू वो तां रहिंदा ही पानी च, फिर उहनूं क्यों नहीं मुक्ति मिलती, वो क्यों नहीं मुक्त हो जांदा। जिवें वो डड्डू मच्छियां मुक्त नहीं हो सकदियां पानी दे विच रहिंदे होए भी, इसे तरह ही कला पानी दे विच इशनान करके असीं मुक्त नहीं हो सकते। मारे फरमाउंदे जल के मजन जेगत होवे, नित नित मेंढक नहावे, जैसे मेंढक तैसे होए नर, फिर जूनी आवे। बई जिमें वो डड्डू बार बार जूना चाहुंदा मुक्त नहीं हुंदा, इसे तरह ही कला पानी दे विच इशनान करके असीं मुक्त नहीं हो सकते। महाराज दा इत्थों तक कहंदे भी जल दे विच तुसीं तीर्थ दे विच एवें ना वड़ जाओ भी तुसीं अंदर जिहड़े जीव जंत ने पानी दे विच जीव रहिंदे। हुण कई जीव जिवें रात नूं कहंदे भी असीं 12 वजे इशनान कर लीए, 2 वजे कर लीए। हुण जीव जिहड़े पानी दे विच वो रात नूं अपने घर गए हुंदे, जिवें आपां रात नूं अपने घर गए। हुण आपां नूं कोई बिना मतलब तो रात नूं घर गया होइआं नूं आपां नूं दुखी करे, आपां नूं परेशान करे ते आपां नूं उठावे, ते आपां भी तां कहांगे भी इन्ना मैं घर गया होया सी, सुता पिया सी ते मैनूं उठाया काहतों, ते असीं दुखी होवांगे। कित्थे तां सुते पे सुख दे विच सी, कित्थे इधर आके दुखी हो गए भी सानूं उठाया काहतों। और इसे तरह ही वो जीव सारे सुन्न च गए हुंदे।
ਤੇ ਜੀਵ ਪਾਣੀ ਦੇ ਵਿੱਚ ਮਾਰ ਕੇ ਛਾਲਾਂ ਤੇ ਉਹਨਾਂ ਜੀਵਾਂ ਨੂੰ ਸੁੰਨ ਦੇ ਵਿੱਚੋਂ ਬਾਹਰ ਲੈ ਆਉਂਦੇ ਤੇ ਜੀਵਾਂ ਦੇ ਮਨਾਂ ਨੂੰ ਦੁਖੀ ਕਰ ਦਿੰਦੇ। ਮਹਾਰਾਜ ਇਸ ਲਈ ਕਹਿੰਦੇ ਵੀ ਤੀਰਥ ਦੇਖ ਕੇ ਜਲ ਦੇ ਵਿੱਚ ਵੜ ਕੇ ਤੁਸੀਂ ਉਹ ਜੀਵ ਜੰਤੂਆਂ ਨੂੰ ਸਤਾਓ ਨਾ। ਵੀ ਸਾਡੇ ਤਾਂ ਅੰਦਰ ਹੀ ਠਾੜ ਤੀਰਥ ਨੇ ਜਿਹੜਾ ਸਾਨੂੰ ਗੁਰੂ ਅੰਦਰ ਹੀ ਦਿਖਾ ਦਿੰਦੇ, ਜਿਹਦੇ ਵਿੱਚ ਸਾਡੇ ਮਨ ਨੇ ਇਸ਼ਨਾਨ ਕਰਨ। ਮਾਰੇ ਫਰਮਾਉਂਦੇ ਤੀਰਥ ਦੇਖ ਨਾ ਜਲ ਮੇ ਪੈਸੋ, ਜੀ ਜੰਤ ਨਾ ਸਤਾਵੇਗੋ। ਆਠ ਸੜ ਤੀਰਥ ਗੁਰੂ ਦਿਖਾਲੇ, ਘਟ ਹੀ ਭੀਤਰ ਨਾਵੇਗੋ। ਵੀ ਸਾਡੇ ਤਾਂ ਅੰਦਰ ਹੀ ਠਾੜ ਤੀਰਥਾਂ ਦਾ ਪ੍ਰਬੰਧ ਕੀਤਾ ਹੋਇਆ ਮਾਲਕ ਨੇ, ਜਿਹਦੇ ਵਿੱਚ ਸਾਡੇ ਮਨ ਨੇ ਇਸ਼ਨਾਨ ਕਰਨ। ਹੁਣ ਬਾਹਰ ਜੀਵ ਜੇ ਹੁਣ ਜੀਵਾਂ ਨੂੰ ਸਤਾਉਣਾ ਹੀ ਆ ਅਸੀਂ, ਉਹ ਤਾਂ ਅਸੀਂ ਮੈਲ ਲਾਈ ਕਾਹਦੀ, ਅਸੀਂ ਤਾਂ ਹੋਰ ਚੜ੍ਹਾ ਲਈ ਜੀਵਾਂ ਨੂੰ ਦੁਖੀ ਕਰਕੇ। ਜਦੋਂ ਉਹ ਸ਼ਾਂਤ ਹੋਏ ਤੇ ਉਹ ਕਿਹੜਾ ਸਾਨੂੰ ਅਸੀਸਾਂ ਦੇਣਗੇ, ਉਹਨਾਂ ਨੇ ਸਾਨੂੰ ਦਰਸੀਸਾਂ ਹੀ ਦੇਣੀਆਂ ਵੀ ਚੰਗੇ ਭਲੇ ਸੁੰਨ 'ਚ ਗਈ ਸੀ, ਸੁਖੀ ਸੀ ਤੇ ਇੱਧਰ ਆ ਕੇ ਫਿਰ ਦੁਖੀ ਕਰ ਦਿੱਤਾ, ਸ਼ਾਂਤ ਕਰ ਦਿੱਤੇ। ਇਸ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਸਾਡੇ ਮਨ ਵਾਸਤੇ ਜਿਹੜਾ ਤੀਰਥ ਹੈ ਉਹ ਨਾਮ ਹੈ। ਜੋ ਸਾਡੇ ਅੰਦਰ ਨਾਮ ਚੱਲ ਰਿਹਾ ਉਹ ਸਾਡੇ ਮਨ ਵਾਸਤੇ ਤੀਰਥ। ਹੁਣ ਜਦੋਂ ਅਸੀਂ ਅੰਤਰਮੁਖੀ ਹੋਵਾਂਗੇ, ਨਾਮ ਨੂੰ ਸੁਣਾਂਗੇ, ਤੇ ਉਹ ਤੀਰਥ ਦੇ ਵਿੱਚ ਸਾਡੇ ਮਨ ਦਾ ਇਸ਼ਨਾਨ ਹੋਏਗਾ। ਨਾਮ ਦੇ ਵਿੱਚੋਂ ਫਿਰ ਸਾਨੂੰ ਅੰਮ੍ਰਿਤ ਜਲ ਆਉਂਦਾ ਤੇ ਉਹਨੂੰ ਅੰਮ੍ਰਿਤਸਰ ਤੀਰਥ ਦਾ ਨਾਂ ਦਿੱਤਾ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਦੀ ਸਾਰੀ ਮੈਲ ਹੈ ਜਿਹੜੀ ਉਹ ਮੈਲ ਲੈ ਜਾਂਦੀ। ਮਹਾਰਾਜ ਫਰਮਾਉਂਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਬਈ ਜਦੋਂ ਹੁਣ ਸਾਨੂੰ ਇਹ ਤਰੀਕਾ ਆ ਗਿਆ, ਜੁਗਤੀ ਆ ਗਈ ਵੀ ਕਿਵੇਂ ਅਸੀਂ ਅੰਮ੍ਰਿਤਸਰ 'ਚ ਇਸ਼ਨਾਨ ਕਰਨ। ਹੁਣ ਦਿਨ ਦੇ ਸਮੇਂ ਜਦੋਂ ਅਸੀਂ ਕਰਮ ਕਰਦੇ ਹਾਂ, ਜੇ ਸਾਡੇ ਮਨ 'ਤੇ ਕੋਈ ਮੈਲ ਲੱਗ ਵੀ ਗਈ ਹੈ, ਅਸੀਂ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਾਂਗੇ ਤੇ ਮਨ ਦੀ ਮੈਲ ਲੈ ਜਾਏਗੀ, ਸ਼ੁੱਧ ਹੋ ਜਾਏਗੀ, ਧੋਤਾ ਜਾਏਗਾ। ਜੇ ਹੁਣ ਅਸੀਂ ਇਸ਼ਨਾਨ ਨਹੀਂ ਕਰਦੇ ਫਿਰ ਉਹ ਮੈਲ ਤੇ ਮੈਲ ਹੋਰ ਚੜ੍ਹਦੀ ਜਾਂਦੀ। ਜਿਵੇਂ ਹੁਣ ਇਹ ਤਨ ਨੂੰ ਆਪਾਂ ਰੋਜ਼ ਨਵਾਉਂਦੇ, ਹੁਣ ਰੋਜ਼ ਆਪਾਂ ਇਸ਼ਨਾਨ ਕਰਦੇ ਹਾਂ ਤੇ ਰੋਜ਼ ਦੀ ਰੋਜ਼ ਇਹਨੂੰ ਸਫਾਈ ਹੁੰਦੀ ਰਹਿੰਦੀ ਤੇ ਮੈਲ ਉਤਰਦੀ ਰਹਿੰਦੀ। ਤੇ ਜੇ ਜੀਵ ਹੁਣ ਨਹਾਵੇ ਨਾ, ਕਈ ਜੀਵ ਐਸੇ ਵੀ ਜਿਹੜੇ ਮਹੀਨਾ ਮਹੀਨਾ ਨਗਾ ਦਿੰਦੇ, ਕਈਆਂ ਨੂੰ ਪਤਾ ਹੀ ਨਹੀਂ ਕਿੰਨੇ ਕਿੰਨੇ ਮਹੀਨੇ ਹੋ ਗਏ ਵੀ ਨਹਾਤੇ ਹੀ ਨਹੀਂ। ਹੁਣ ਉਹਨਾਂ ਦੇ ਸਰੀਰ 'ਤੇ ਕਿਵੇਂ ਮੈਲ ਚੜ੍ਹ ਜਾਂਦੀ। ਔਰ ਇਸੇ ਤਰ੍ਹਾਂ ਹੀ ਮਨ ਦੀ ਹਾਲਤ, ਜਿਹੜੇ ਜੀਵ ਸਿਮਰ ਨਹੀਂ ਕਰਦੇ, ਨਹੀਂ ਸਤਸੰਗ 'ਚ ਆਉਂਦੇ, ਉਹਨਾਂ ਨੂੰ ਕਿੰਨੇ ਕਿੰਨੇ ਕਈਆਂ ਨੂੰ ਸਾਲ ਹੋ ਗਏ ਜਿਹੜੇ ਨਹਾਤੇ ਹੀ ਨਹੀਂ। ਤੇ ਜਿਨ੍ਹਾਂ ਨੂੰ ਇੰਨੇ ਸਾਲ ਹੋ ਗਏ, ਸਾਰੀ ਸਾਰੀ ਉਮਰ ਬੀਤ ਗਈ, ਜਿਨ੍ਹਾਂ ਨੇ ਕਿਤੇ ਇਸ਼ਨਾਨ ਕੀਤਾ ਹੀ ਨਹੀਂ, ਤੇ ਉਹਨਾਂ ਦੀ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਦੇ ਮਨ ਦੀ ਕੀ ਹਾਲਤ ਹੋਈ ਹੋਏਗੀ। ਬਈ ਜੀਵ ਸਰੀਰ ਕਰਕੇ ਜੇ 5-7 ਦਿਨ ਨਾ ਨਹਾਵੇ ਤੇ ਉਹਦੀ ਕੀ ਹਾਲਤ ਹੋ ਜਾਂਦੀ। ਤੇ ਜਿਨ੍ਹਾਂ ਨੂੰ ਸਾਲਾਂ ਬੱਧੀ ਹੋ ਗਈ, ਜਿਹੜੇ ਕਿਤੇ ਨਹਾਤੇ ਹੀ ਨਹੀਂ, ਜਿਨ੍ਹਾਂ ਨੇ ਕਦੇ ਮਨ ਦੀ ਮੈਲ ਲਾਈ ਹੋਈ ਨਹੀਂ, ਤੇ ਉਹਨਾਂ ਦਾ ਮਨ ਕਿੰਨਾ ਮੈਲਾ ਹੋਇਆ ਹੋਏਗਾ ਤੇ ਕੀ ਮਨ ਦੀ ਦੁਰਦਸ਼ਾ ਹੋਈ ਹੋਏਗੀ ਤੇ ਕੀ ਉਹਨਾਂ ਦੀ ਹਾਲਤ ਹੋਏਗੀ। ਮਹਾਰਾਜ ਇਸ ਲਈ ਫਿਰ ਦੱਸਦੇ ਵੀ ਇਸ ਜਨਮ ਦੀ ਨਹੀਂ, ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਆ ਰਹੀ। ਕਿਉਂਕਿ ਜਦੋਂ ਅਸੀਂ ਇੱਕ ਜਨਮ ਤੋਂ ਦੂਸਰੇ 'ਚ ਜਾਂਦੇ ਹਾਂ, ਜਿਹੜੇ ਜੀਵ ਹੁਣ ਮਨ ਨੂੰ ਨਹੀਂ ਧੋਂਦੇ ਉਹ ਨਾਲ ਹੀ ਮੈਲ ਅੱਗੇ ਚਲੀ ਜਾਂਦੀ ਗਾ। ਇੱਕ ਜਨਮ ਤੋਂ ਦੂਜੇ 'ਚ, ਦੂਜੇ 'ਚੋਂ ਤੀਜੇ 'ਚ, ਗਾਂਹ ਦੀ ਗਾਂਹ ਮੈਲ ਤੇ ਮੈਲ ਹੋਰ ਚੜ੍ਹਦੀ ਜਾਂਦੀ, ਕਿਉਂਕਿ ਧੋਤਾ ਹੀ ਨਹੀਂ ਉਹਨੂੰ। ਮਹਾਰਾਜ ਇਸ ਲਈ ਕਹਿੰਦੇ ਵੀ ਇਹ ਮਨ ਨੂੰ ਇੰਨੇ ਜਨਮਾਂ ਜਨਮਾਂ ਦੀ ਮੈਲ ਲੱਗ ਗਈ ਵੀ ਇਹ ਬਿਲਕੁਲ ਕਾਲਾ ਸ਼ਾਹ ਹੋ ਚੁੱਕੀ ਹੈ। ਬਈ ਜਿਵੇਂ ਉਦਾਹਰਨ ਦਿੰਦੇ ਵੀ ਇੱਕ ਕੋਹਲੂ ਦੀ ਲੀਰ ਹੁੰਦੀ,
ਬਈ ਉਹ ਇੰਨੀ ਕਾਲੀ ਹੋ ਜਾਂਦੀ, ਜੇ ਉਹਨੂੰ 100 ਵਾਰੀ ਸਾਬਣ ਲਾ ਕੇ ਧੋਈਏ ਵੀ ਤੇ ਫਿਰ ਵੀ ਉਹਦਾ ਕਾਲਾਪਨ ਨਹੀਂ ਜਾਂਦਾ। ਹੁਣ ਉਹ ਹਾਲਤ ਸਤਿਗੁਰੂ ਕਹਿੰਦੇ ਮਨ ਦੀ ਹੋ ਗਈ। ਫਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੋ ਖਾਨਲੀ ਧੋਤੀ ਉਜਲ ਨਾ ਹੋਵੇ, ਜੇ ਸੋ ਧੋਵਣ ਪਾਹੋ। ਬਈ ਜਿਵੇਂ ਉਹ ਕੋਹਲੂ ਦੀ ਲੀਰ ਇੰਨੀ ਕਾਲੀ ਹੋ ਗਈ, 100 ਵਾਰੀ ਸਾਬਣ ਲਾਈਏ ਤੇ ਤਾਂ ਨਾ ਉਹਦਾ ਕਾਲਾਪਨ ਜਾਵੇ। ਹੁਣ ਉਹੀਓ ਹਾਲਤ ਸਾਡੇ ਮਨ ਦੀ ਹੋ ਗਈ ਵੀ ਇਹ ਕਾਲਾ ਸ਼ਾਹ ਹੋ ਗਿਆ ਮਹਾਰਾਜ ਕਹਿੰਦੇ। ਪਰ ਸਤਿਗੁਰੂ ਫਿਰ ਵੀ ਸਾਨੂੰ ਇੰਨਾ ਭਰੋਸਾ ਦਿਵਾਉਂਦੇ ਵੀ ਜੇ ਇਹ ਕਾਲਾ ਸ਼ਾਹ ਹੋ ਵੀ ਚੁੱਕਿਆ ਤੇ ਫਿਰ ਵੀ ਉਜਲ ਹੋ ਸਕਦਾ, ਜੇ ਅਸੀਂ ਗੁਰੂ ਦੀ ਮੱਤ ਲੈ ਲਈ, ਜੇ ਅਸੀਂ ਸਤਸੰਗ 'ਚ ਆ ਜਾਈਏ, ਸਤਿਗੁਰਾਂ ਦੇ ਸਰੋਵਰ ਵਿੱਚ ਆ ਜੀ। ਸਤ ਸੰਗਤ ਨੂੰ ਸਤਸਰ ਸਰੋਵਰ ਕਹਿੰਦੇ, ਜਿੱਥੇ ਉਹ ਰਾਮ ਦੇ ਦਾਸ, ਪਰਮਾਤਮਾ ਦੇ ਦਾਸ, ਹਰੀ ਦੇ ਜਨ, ਸੰਤ ਸਾਧੂ ਜਨ ਪਰਮਾਤਮਾ ਦੀ ਮਹਿਮਾ ਕਰਦੇ, ਮਾਲਕ ਦੀ ਉਸਤਤ ਵਡਿਆਈ ਕਰਦੇ, ਉਹਨੂੰ ਸਤਸਰ ਸਰੋਵਰ ਕਹਿੰਦੇ। ਸਤ ਸੰਗਤ, ਸਾਧ ਸੰਗਤ, ਜਿਹਦੇ ਵਿੱਚ ਫਿਰ ਸਾਡੇ ਮਨ ਦੇ ਉੱਤੇ ਜਿਹੜੇ ਇਹ ਪਾਪਾਂ ਦੀ ਮੈਲ ਚੜ੍ਹੀ ਹੁੰਦੀ, ਇਹ ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਮਹਾਰਾਜ ਇਸੇ ਪਰਥਾਈ ਫਰਮਾਉਂਦੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਬਈ ਜਿਹੜੇ ਰਾਮ ਦੇ ਦਾਸ ਨੇ, ਪਰਮਾਤਮਾ ਦੇ ਦਾਸ, ਉਹਨਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ ਸਾਡੇ ਮਨ ਦੇ ਮੈਲ ਉਤਰ ਜਾਂਦੀ। ਸਾਡੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ, ਕਮਾਏ ਹੋਏ ਸਾਡੇ ਮਨ ਦੇ, ਉਹ ਪਾਪਾਂ ਦੀ ਮੈਲ ਲੈ ਜਾਂਦੀ। ਸੋ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਸਾਡੇ ਚਿਰਾਂ ਤੋਂ ਕੀਤੇ ਹੋਏ ਪਾਪ ਉਹ ਖਤਮ ਹੋ ਜਾਂਦੇ, ਸਾਨੂੰ ਇਸ ਲੋਕ ਦਾ ਵੀ ਸੁੱਖ ਮਿਲਦਾ ਤੇ ਅਸੀਂ ਪਰਲੋਕ ਦਾ ਵੀ ਸੁੱਖ ਲੈਂਦੇ। ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ। ਫਿਰ ਜਦੋਂ ਅਸੀਂ ਸਾਧ ਸੰਗਤ 'ਚ ਆਉਂਦੇ, ਸਾਨੂੰ ਸੰਤ ਸਾਧੂ ਜਨ ਸਿਮਰਨ 'ਤੇ ਲਾ ਦਿੰਦੇ ਵੀ ਮਾਲਕ ਦੇ ਗੁਣ ਗਾਓ, ਉਹਦਾ ਸਿਮਰਨ ਕਰੋ। ਮਹਾਰਾਜ ਇਸੇ ਵਰਤਾਈ ਫਿਰ ਸਾਨੂੰ ਫਰਮਾਉਂਦੇ, ਹਾਲਤ ਸੁੱਖ ਪਲਤ ਸੁੱਖ ਸਰਬ ਸੁੱਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਚੀਚ। ਵੀ ਸਾਡੇ ਚਿਰਾਂ ਤੋਂ ਕੀਤੇ ਹੋਏ ਜਨਮਾਂ ਜਨਮਾਂ ਦੇ ਪਾਪ ਉਹ ਲੈ ਜਾਂਦੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਜਦੋਂ ਅਸੀਂ ਸਤ ਸੰਗਤ ਕਰਦੇ। ਇਹ ਫਿਰ ਸਾਧ ਸੰਗਤ ਦੀ ਵਡਿਆਈ, ਸਾਧ ਸੰਗਤ ਦੀ ਇਹ ਮਹਿਮਾ, ਸੰਤਾਂ ਦੀ ਵਡਿਆਈ ਵੀ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ, ਉਹਨਾਂ ਦੇ ਬਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ ਤੇ ਸਾਡੇ ਮਨ ਦੀ ਮੈਲ ਲੈ ਜਾਂਦੀ। ਜਿਵੇਂ ਮਹਾਰਾਜ ਕਹਿੰਦੇ ਵੀ ਕੱਪੜਾ ਮੈਲਾ ਤੇ ਉਹਨੂੰ ਸਾਬਣ ਲਾ ਕੇ ਧੋ ਦੀਏ ਤੇ ਉਹਦੀ ਮੈਲ ਉਤਰਦੀ, ਇਸੇ ਤਰ੍ਹਾਂ ਸਾਧ ਸੰਗਤ ਕਰਕੇ, ਸਤ ਸੰਗਤ ਕਰਕੇ ਸਾਡੇ ਮਨ ਦੇ ਵਿੱਚੋਂ ਮੈਲ ਨਿਕਲਦੀ। ਮਹਾਰਾਜ ਫਰਮਾਉਂਦੇ, ਹਰ ਕੇ ਸੰਤ ਸੰਤ ਭਲ ਨੀਕੇ, ਮੈਲ ਸੰਤ ਜਨਾ ਮਲ ਲਹੀਏ, ਹਉਮੈ ਦੁਰਤ ਗਈ ਸਭ ਨੀਕਰ, ਜਿਉਂ ਕਾਪੜ ਸਾਬਣ ਕਰੇ। ਬਈ ਸਾਡੇ ਮਨ ਦੇ ਵਿੱਚ ਜਿਹੜੀ ਹਉਮੈ ਦੀ, ਹੰਕਾਰ ਦੀ, ਦੁਵਿਧਾ ਵੈਰ ਵਿਰੋਧ ਦੀ ਮੈਲ ਲੱਗੀ ਹੋਈ, ਇਹ ਸਾਡੇ ਮਨ ਦੀ ਮੈਲ ਉਤਰ ਜਾਂਦੀ ਜਦੋਂ ਅਸੀਂ ਇਹ ਬਚਨਾਂ ਦੀ ਧੂੜੀ ਲੈਂਦੀ। ਜੋ ਗੁਰਬਾਣੀ ਗੁਰੂ ਹੁਣ ਸਾਨੂੰ ਬਚਨ ਸੁਣਾ ਰਹੇ, ਸੰਤਾਂ ਦੇ, ਸਾਧੂਆਂ ਦੇ ਬਚਨ, ਗੁਰੂ ਸਾਹਿਬਾਨਾਂ ਦੇ, ਸਤਿਗੁਰਾਂ ਦੇ ਬਚਨ, ਹੁਣ ਜਦੋਂ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਜਣਾ ਆਪਾਂ ਵਿਚਾਰ ਕਰਦੇ ਹਾਂ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹ ਸਤਿਗੁਰਾਂ ਦੇ ਬਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ। ਜਦੋਂ ਇਹ ਮਨ ਦੇ ਉੱਤੇ ਧੂੜੀ ਪੈਂਦੀ ਤੇ ਸਾਡੇ ਮਨ ਦੀ ਮੈਲ ਉਤਰਦੀ। ਇਹਨੂੰ ਹੀ ਫਿਰ ਮਹਾਰਾਜ ਕਹਿੰਦੇ ਬਈ ਜੇ ਧੂੜੀ ਸਾਡੇ ਪਾਪੀ ਹੋਏ ਮਨ ਨੂੰ ਵੀ ਮਿਲ ਜਾਵੇ
भी साडा मन सुनने की अवस्था च आ जाए, साडा मन सुनने लग जाए, मेरे पापी मन की भी गत हो जाती। अइयों मारे फरमाउंदे गुर सिखां की हर धूड़ दे, हम पापी भीगत पाही। भी सानू भी किते गुर सिखां की धूड़ी मिल जे, उन्हां दे वचन सानू भी सुनन नूं मिल जाण। साडे मन नूं उन्हां वचनां ते प्रतीत आ जी, साडे मन नूं भरोसा आ जी, ते फिर साडा जिहड़ा भरम वो भरम खत्म हो जाता। भरम उन्हां दा मिटना, भरम उन्हां दा खत्म होना जिन्हां नूं साध संगत दे विच आके भरोसा, जिन्हां नूं गुरु दे वचनां ते प्रतीत आ गई, जिन्हां ने भरोसा कर लिया, जिन्हां ने मन लिया। महाराज इसलिए फरमाउंदे भरम की जाली तां की काटी, जाको साध संगत विश्वास। जिन्हां नूं तां विश्वास है गुरु दे वचनां ते, उन्हां दा भरम खत्म हो जाना, उन्हां नूं कोई भरम नहीं रहना। जिन्हां नूं भरोसा ही नहीं आया, वेद उईं सुनाई जाते ने जी, ये कोई गलबात नहीं है। गुरबाणी गुरु तो बहुत कुछ कहते हैं, मतलब भी सानू गुरु के वचनों ते भरोसा नहीं, सानू प्रतीत ही नहीं। तो फिर आखिए भी साडा भरम खत्म हो जाएगा, तो भरम किनों ही खत्म होएगा, फिर तो भरम खत्म होना ही नहीं। भरम उन्हां दा मिटना, उन्हां दा खत्म होना जिन्हां नूं गुरु के वचनों ते भरोसा है भी जो सानू गुरबाणी गुरु कह रहे हो बिल्कुल सच कह रहे। महाराज ताइयों सानू फरमाउंदे सतगुर की बाणी, सत सत कर जानो गुर सिखो, हर करता आप मोहों कढाई। भी सतगुरां दी बाणी नूं सत सत करके जानो, सत सत करके मनो। भी ये गुरबाणी गुरु जो सानू कह रहे, जो सतगुरु सानू उपदेश दे रहे, वो मालक आप गुरमुखां दे मुख राही बोलदा, गुरमुखां दे मुख चों आप कढाउंदा वो वचन। जदों अपना मन सहज अवस्था दे विच घर बैठ जांदा, फिर उन्हां गुरमुखां दे मुख राही मालक आप बोलदा, जो सानू उपदेश देना चाहुंदे फिर उन्हां दे मुख राही दिंदे। महाराज इसलिए फरमाउंदे सुन सहज में रहा समाई, मन मधे जाने जे कोई जो बोले सो आपे होई। भी जदों साडा मन घर बैठ गया, फिर जो बोलदा वो मालक आप बोलदा, जो सानू समझाउणा चाहुंदा, जो सानू कहना चाहुंदे फिर वो कहिंदे। ते फिर जदों सानू उन्हां वचनां ते भरोसा आ गया भी ये वचन सतगुरु दे ने, तो फिर साडा भरम खत्म। जे सानू इन्हां वचनां ते भरोसा नहीं आया, तो फिर साडा भरम बनिया रहिंदा, फिर साडा भरम नहीं कटिया जांदा। महाराज फिर इस वास्ते आपां नूं समझाउंदे भी जे असीं वचन कमावांगे संतां दा, ते फिर असीं भवसागर तो पार लंघ जांगे। फरमाउंदे ने संतो सागर पार उतरिए, जे को वचन कमावे संतन का सो गुर प्रसादी तरिए। भी जे कोई वचन कमावे, तो वचन आपां नूं की कहिंदे, वचन इहो कहिंदे बार बार भी सिमरन करो। हुण जे असीं ये वचन कमावांगे जो सानू संत साधु जन गुरबाणी गुरु राही समझा रहे गुरु साहब, जदों असीं इन्हां दा वचन मन्नांगे कमावांगे, तो असीं भवसागर तो पार होवांगे होवांगे। आओ हुण जो सानू वचन कह रहे, असीं इन्हां दे वचनां नूं कमाईए, जो आपां नूं महाराज सास गिरा सिमरन अभ्यास दस रहे ने। आओ सारे गुरमुख प्यारे करो जी शुरू। वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ, ਜਦੋਂ ਆਪਾਂ ਫਿਰ ਇਹ ਵਚਨ ਮੰਨਦੇ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਫਿਰ ਅਸੀਂ ਇਹ ਭਵ ਸਾਗਰ ਜਿਹੜਾ ਕਿ ਵਿਚਾਰਾਂ ਦਾ, ਫਿਰ ਅਸੀਂ ਇਹ ਤੋਂ ਪਾਰ ਹੁੰਦੇ। ਔਰ ਇਸ ਵਾਸਤੇ ਆਪਾਂ ਫਿਰ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਹੁੰਦਾ, ਚੱਲਦੇ ਫਿਰਦੇ, ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਵੀ ਤਾਂ ਕਿ ਸਾਨੂੰ ਦ੍ਰਿੜ ਹੋ ਜੀ, ਸਾਨੂੰ ਇਹ ਭੁੱਲੇ ਨਾ, ਸਾਨੂੰ ਇਹ ਵਿਸਰੇ। ਮਾਰੇ ਤਾਈਓ ਫਰਮਾਉਂਦੇ ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ, ਵੀ ਇੱਕ ਸਾਨੂੰ ਮਾਲਕ ਨਾ ਭੁੱਲੇ, ਬਾਕੀ ਚਾਹੇ ਸੰਸਾਰ ਦੀਆਂ ਸਾਰੀਆਂ ਗੱਲਾਂ ਭੁੱਲ ਜਾਣ। ਹੁਣ ਜੇ ਸਾਨੂੰ ਪਰਮਾਤਮਾ ਚੇਤੇ ਇਹ ਸਾਡੇ ਹਿਰਦੇ 'ਚ ਵਸ ਜਾਣ, ਜਦੋਂ ਅਸੀਂ ਲਗਾਤਾਰ ਦ੍ਰਿੜ ਕਰਾਂਗੇ, ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਫਿਰ ਉਹਨਾਂ ਨੂੰ ਅੱਗੇ ਸੌਖਾ। ਅੱਗੇ ਇਹ ਨਹੀਂ ਪਤਾ ਵੀ ਅੰਤ ਸਮਾਂ ਸਾਡਾ ਕਿੱਦਾਂ ਦਾ ਆਉਣਾ। ਜੇ ਸਾਡੇ ਹਿਰਦੇ 'ਚ ਵਸਿਆ ਹੋਏਗਾ ਤਾਂ ਸਾਨੂੰ ਅੱਗੇ ਸੌਖਾ ਹੋ ਜਾਣਾ।
मारे दाइयों फरमाउंदे क्या जाना कि मरेंगे कैसा मरना होए जेकर साहिब मनो ना विसरे तो सैला मरना होए। बई जे सानू मालक ना विसरे तो फिर सैला सौखा अगे सौखा फिर नहीं तो जिन्होंने भुलिया होया उन्होंने फिर अगे औखा बहुत। सो इस वास्ते हुण आपां कोशिश करनी वध तो वध ही अभ्यास करना। गुरबाणी गुरु नूं जदों आपां पढ़दे सही दे नाल विचारना खोजना ताकि साडा मन पासे ना जावे ते वध तो वध ही आपां सत्संगत करनी। ये जो सारा भेद गुरबाणी गुरु द्वारा आपां नूं दिता महापुरखां ने भाई साहब भाई सेवा सिंह जी धर्माला बई साडे जीवन का सारिਆਂ ਦਾ ਜਿਹੜਾ मकसद है परमात्मा की भगती करनी सिमरन करना मालक नूं अपने हिरदे च वसाउणा। ते ਜਿਹੜੇ जीवे नहीं करते फिर उन्हां वरताई महाराज कहते रसना जपे ना नाम तिल तिल कर कटिए हरिया विसरे गोबिंद राई दिनों दिन कटिए। बई जिन्होंने वो मालक विसरिया होए उन्हां दी जिहड़ी अवस्था फिर दिनों दिन घटदी हो जाती। वो होर दुखी होर अशांत होर संसार दे विच दुरमत दी अगन च जलदे रहिंदे सड़दे रहिंदे। हुण जिहड़ी रसना मालक दा नाम जपदी ਉਹਨੂੰ ਧਨ ਕਹਿੰਦੇ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀ ਗੁਣ ਹਰ ਪ੍ਰਭ ਕੇਰੇ ਗਾਵੇ ਰਾਮ। ਵੀ ਉਹ ਰਸਨਾ ਧਨ ਜਿਹੜੀ ਮਾਲਕ ਦੇ ਗੁਣ ਗਾਉਂਦੀ। ਹੁਣ ਇਸ ਵਾਸਤੇ ਫਿਰ ਇਹ ਆਪਾਂ ਆਪਦੇ ਜੀਵਨ ਦਾ ਲਾਹਾ ਕੱਟਣ ਵਾਸਤੇ ਵੱਧ ਤੋਂ ਵੱਧ ਮਾਲਕ ਦੇ ਗੁਣ ਗਾਉਣੇ। ਸੋ ਗੁਰਮੁਖ ਪਿਆਰੇ ਵੀ ਇੰਨੀਆਂ ਬੇਨਤੀਆਂ ਨੇ ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ संगत ਅਤੇ सतगुरु बख्शण जोग ने बख्श देना जी। वाहिगुरु जी का खालसा वाहिगुरु जी की फतेह। वाहिगुरु वाहिगुरु वाहिगुरु।